ਸਾਲ ਪਹਿਲਾਂ ਸਾਨੂੰ ਓਪਰਚ्युनिटी ਸੀਗੀ ਕਿ ਅਸੀਂ ਕਿਹੜਾ ਬੋਰਡ ਸਿਲੈਕਟ ਕਰੀਏ ਤਾਂ ਅਸੀਂ ਕੈਂਬਰਿਜ ਇੰਟਰਨੈਸ਼ਨਲ ਬੋਰਡ ਸਿਲੈਕਟ ਕੀਤਾ। ਇਟ ਇਜ਼ ਆਲ ਸਭ ਕਹਿੰਦੇ ਗਲੋਬਲ ਕਰਨਾ, ਇੰਟਰਨੈਸ਼ਨਲ ਵੈਲਿਊ ਵੱਧ ਰਹੀ ਹੈ ਤੇ ਅਸੀਂ ਇਹ ਬੋਰਡ ਸਿਲੈਕਟ ਕੀਤਾ। IGCSE ਇੱਕ ਬੋਰਡ ਲੈਵਲ ਹੈਗਾ ਜਿਹੜਾ ਇੰਡੀਆ ਦੇ 9th ਤੇ 10th ਦੇ ਨਾਲ ਮਿਲਦਾ ਹੈ, ਰਾਈਟ, ਬਟ ਲੈਵਲ ਇੰਟਰਨੈਸ਼ਨਲ ਹੈਗਾ, ਕਰਿਕੂਲਮ ਵੀ ਇੰਟਰਨੈਸ਼ਨਲ ਹੈਗਾ। ਉਹਨਾਂ ਦਾ ਸਿਲੇਬਸ, ਬੁੱਕਸ, ਪ੍ਰਿਸਕ੍ਰਾਈਬਡ ਕਰਿਕੂਲਮ, ਐਗਜ਼ਾਮ ਪੇਪਰਸ, ਸ਼ਡਿਊਲ, ਉਹਨਾਂ ਦੀ ਟ੍ਰੇਨਿੰਗਸ ਸਭ ਕੁਝ ਬਾਹਰੋਂ ਹੀ ਹੁੰਦੀ ਹੈ। ਕੈਂਬਰਿਜ ਯੂਨੀਵਰਸਿਟੀ ਫੈਸਿਲਿਟੇਟ ਕਰਦੀ ਹੈ। ਅਸੀਂ ਫਸਟ ਈਅਰ ਵਿੱਚ ਵੀ ਇਹਨਾਂ ਦਾ ਆਲਮੋਸਟ 90% ਆਫ ਦਾ ਕੋਰਸ ਖਤਮ ਕਰਾ ਲਿਆ ਸੀਗਾ। ਤਾਂ ਜਦੋਂ ਕੋਵਿਡ ਆਇਆ ਬੇਸਿਕਲੀ ਇਹ ਪ੍ਰੈਕਟਿਸ ਮੋਡ ਵਿੱਚ ਸੀਗੇ। ਸੋ ਪ੍ਰੈਕਟਿਸ ਅੱਛੀ ਹੋ ਗਈ, ਬਹੁਤ ਜ਼ਿਆਦਾ ਹੋ ਗਈ, ਬਹੁਤ ਜ਼ਿਆਦਾ ਰਿਪੀਟ ਕਰਕੇ ਅਸੀਂ ਇਹਨਾਂ ਨੂੰ ਪ੍ਰੀ ਬੋਰਡਸ ਰਿਪੀਟ ਐਗਜ਼ਾਮਸ ਦਿੱਤੇ ਸੋ ਦੈਟ ਦੇ ਆਰ ਵੈਰੀ ਵੈਲ ਪ੍ਰੀਪੇਅਰਡ, ਚੰਗੀ ਤਿਆਰੀ ਹੋ ਜਾਵੇ। ਵੀ ਸਪੋਰਟਡ ਐਵਰੀਥਿੰਗ ਬਟ देयर ਹਾਰਡ ਵਰਕ ਇਜ਼ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਨੇ, ਕਮੈਂਡੇਬਲ ਮਿਹਨਤ ਹੈ। IGCSE ਸਾਨੂੰ ਸ਼ੁਰੂ ਤੋਂ ਹੀ ਅਲੱਗ ਤਰੀਕੇ ਨਾਲ ਤਿਆਰ ਕਰਦਾ ਹੈ। 9ਵੀਂ ਤੇ 10ਵੀਂ ਚ ਇਹਨਾਂ ਨੇ ਸਾਨੂੰ ਅਪੋਰਚੁਨਿਟੀ ਦਿੱਤੀ ਕਿ ਆਪਾਂ ਆਪਣੀ ਮਰਜ਼ੀ ਦੇ ਸਬਜੈਕਟ ਚੂਜ਼ ਕਰ ਲਈਏ ਤੇ ਆਪਾਂ 9ਵੀਂ 10ਵੀਂ ਤੋਂ ਹੀ ਡਿਫਰੈਂਟ ਸਬਜੈਕਟਸ ਪੜ੍ਹ ਰਹੇ ਹਾਂ ਜੋ ਕਿ ਇੱਥੇ CBSE ਸਾਨੂੰ ਦੱਸਦੇ ਵੀ ਨਹੀਂ। 9ਵੀਂ 10ਵੀਂ ਦੀ ਪੜ੍ਹਾਈ ਸਿਰਫ 9ਵੀਂ 10ਵੀਂ ਦੀ ਨਹੀਂ ਹੈਗੀ, ਇਹ ਸਾਨੂੰ 11ਵੀਂ 12ਵੀਂ ਤੇ ਗ੍ਰੈਜੂਏਸ਼ਨ ਲਈ ਵੀ ਕਾफ़ी नए कॉन्सेप्ट्स नाल इंट्रोड्यूस करा देना है ताकि साढ़े एक वधिया बेस बन जाए। खासियत है इसकी कि तुम जहाँ पे भी हो तुमको वहाँ पे बैकिंग मिलेगी। जैसे अभी तुम हमारे कंपटीशन एग्जाम्स होते हैं हमारे हिंदुस्तान के, तो इसके अंदर हम क्या कहते हैं उनके अंदर उसी तरीके की तैयारी कर सकते हैं और उसी लेवल का प्रेशर हैंडल कर सकते हैं। और बच्चों को इंस्पायर कर रहे हो IGCSE लिए? बिल्कुल, IGCSE एक बहुत अच्छा करिकुलम है। इसमें पूरी एप्लीकेशन बेस्ड लर्निंग होती है और जो बेसिकली 11-12 CBSE में कराया जाता है वो इधर 9-10th में कराया जाता है, तो हमें बहुत अच्छा बेस मिल जाता है 11-12 के लिए, कॉलेज ग्रेजुएशन के लिए। इंडिविजुअल लेवल पे मैं अज तक तो यही सोचा है कि जब मैं बड़ा हो जाऊँगा, अपनी उम्र च आ जाऊँगा, तो मैं अगे अपने सारे बच्चों या फिर नाल वालियां नूं यही दसांगा कि कैम्ब्रिज दा सिस्टम ये तो काफ़ी ज़्यादा वधिया है तो ये शायद सानू अलग प्लेटफॉर्म देगा अपने आप को रिप्रेजेंट करने कैम्ब्रिज जी जो दायरा होता है ना स्कूल का, वो पहली बात तो बड़ा होना चाहिए। वो यहाँ पे ऐसी चीज़ है कि है हम दायरा जब छोटा कर देते हैं तभी ये बोला जाता है कि सिर्फ इस स्कूल में जी पढ़ाइयाँ होती हैं, इस स्कूल में जी ये होता है। यहाँ पे जब जी दायरा बड़ा हो गया तो उसके अंदर पढ़ाइयाँ भी आ गई, उसके अंदर एथिक्स भी आ गए, उसके अंदर आगे जाके जो तुमको बनना है असल में ज़िंदगी में वो चीज़ भी आ गई। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਕਹਿੰਦੇ ਨੇ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਤੇ ਅੱਜ ਜਿਹੜੇ ਬੱਚਿਆਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜੇ ਇਹ ਭਵਿੱਖ ਹੈ ਤਾਂ ਭਵਿੱਖ ਜਿਹੜਾ ਹੈ ਸੁਰੱਖਿਅਤ ਹੈ ਸਾਡਾ। ਮੈਂ ਕਿਉਂ ਕਹਿ ਰਹੀ ਹਾਂ ਤੁਹਾਨੂੰ ਜ਼ਰੂਰ ਦੱਸਾਂਗੀ, ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ। ਇਸ ਵੇਲੇ ਅਸੀਂ ਡੇਲੀ ਪੋਸਟ ਪੰਜਾਬੀ ਦੀ ਟੀਮ ਮੌਜੂਦ ਹੈ ਲੁਧਿਆਣਾ ਦੇ ਸੈਕਰਡ ਹਾਰਟ ਕਨਵੈਂਟ ਸਕੂਲ, ਕੈਂਬਰਿਜ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਹੈ। ਸੈਕਰਡ ਹਾਰਟ ਕਨਵੈਂਟ ਐਜੂਕੇਸ਼ਨ ਸਕੂਲ ਲੁਧਿਆਣਾ ਦਾ ਇਹ ਸਕੂਲ ਜਿੱਥੇ पहले IGCSE बैच का नतीजा घोषित किया गया है। कैंब्रिज असैसमेंट इंटरनेशनल एजुकेशन जिसनों CIE वजों भी जानिया जाता है, इंटरनेशनल एजुकेशन प्रोग्राम देने वाला विश्व का सब तो वड्डा यह अदारा है तो जिहड़ा इसका पाठक्रम हुंदा वो सब तो चुनौती भरिया हुंदा है। तो अज बच्चों के नाल गलबात करांगे, वो बच्चे जिन्हां ने चंगे स्कोर्स लैके स्कूल का नाम रोशन किया है, परिवार का नाम रोशन किया है, वो बच्चे उत्थे मौजूद ने। गलबात करांगे बच्चों के नाल। तो इस IGCSE बैच बारे होर जानकारी हासिल कर लैने आ। मेरे नाल साक्षी मैम मौजूद ने। बहुत बहुत स्वागत है जी डेली पोस्ट पंजाबी। गुड आफ्टरनून मैम। तो बहुत बहुत मुबारकबाद है बच्चे जिन्हें भी तुहाडे नाल खड़े हुए ने, साडे देश का भविख ने ते ये देख के लग रहा है कि भविख सुरੱਖਿਅਤ हत्थां 'ਚ होने वाला है। ਬਿਲਕੁਲ ਬਿਲਕੁਲ ਹੈਗਾ। ਅਸੀਂ ਸੈਕਰਡ ਹਾਰਟ ਕਨਵੈਂਟ ਇੰਟਰਨੈਸ਼ਨਲ ਦੇ ਸਟੂਡੈਂਟਸ ਹੈਗੇ ਹਾਂ। 4 ਸਾਲ ਪਹਿਲਾਂ ਸਾਨੂੰ ਓਪਰਚ्युनिटी ਸੀਗੀ ਕਿ ਅਸੀਂ ਕਿਹੜਾ ਬੋਰਡ ਸਿਲੈਕਟ ਕਰੀਏ ਤਾਂ ਅਸੀਂ ਕੈਂਬਰਿਜ ਇੰਟਰਨੈਸ਼ਨਲ ਬੋਰਡ ਸਿਲੈਕਟ ਕੀਤਾ। ਇਟ ਇਜ਼ ਆਲ ਸਭ ਕਹਿੰਦੇ ਗਲੋਬਲ ਕਰਨਾ, ਇੰਟਰਨੈਸ਼ਨਲ ਵੈਲਿਊ ਵੱਧ ਰਹੀ ਹੈ ਤੇ ਅਸੀਂ ਇਹ ਬੋਰਡ ਸਿਲੈਕਟ ਕੀਤਾ ਤੇ ਓਵਰ ਦੀ ਇਅਰਸ ਅਸੀਂ ਪ੍ਰੋਗਰੈਸ ਕੀਤੀ, ਅੱਗੇ ਗਏ, ਬੱਚੇ ਪੜ੍ਹਾਏ। ਹੁਣ ਇਹਦਾ ਸਾਡਾ ਫਸਟ ਬੈਚ ਹੈ ਜਿਨ੍ਹਾਂ ਨੇ IGCSE ਦਿੱਤਾ ਹੈ। IGCSE ਇੱਕ ਬੋਰਡ ਲੈਵਲ ਹੈਗਾ ਜਿਹੜਾ ਇੰਡੀਆ ਦੇ 9th ਤੇ 10th ਦੇ ਨਾਲ ਮਿਲਦਾ ਹੈ, ਰਾਈਟ, ਬਟ ਲੈਵਲ ਇੰਟਰਨੈਸ਼ਨਲ ਹੈਗਾ, ਕਰਿਕੂਲਮ ਵੀ ਇੰਟਰਨੈਸ਼ਨਲ ਹੈਗਾ। ਉਹਨਾਂ ਦਾ ਸਿਲੇਬਸ, ਬੁੱਕਸ, ਪ੍ਰਿਸਕ੍ਰਾਈਬਡ ਕਰਿਕੂਲਮ, ਐਗਜ਼ਾਮ ਪੇਪਰਸ, ਸ਼ਡਿਊਲ, ਉਹਨਾਂ ਦੀ ਟ੍ਰੇਨਿੰਗਸ ਸਭ ਕੁਝ ਬਾਹਰੋਂ ਹੀ ਹੁੰਦੀ ਹੈ। ਕੈਂਬਰਿਜ ਯੂਨੀਵਰਸਿਟੀ ਫੈਸਿਲਿਟੇਟ ਕਰਦੀ ਹੈ, ਸਾਡੇ ਟੀਚਰਸ ਨੂੰ ਟ੍ਰੇਨ ਕਰਦੀ ਹੈ, ਸਾਡੇ ਸਟੂਡੈਂਟਸ ਲਈ ਸਟੱਡੀ ਮਟੀਰੀਅਲ, ਪ੍ਰੋਕਲੇਮਡ ਸਾਰੇ ਪ੍ਰੈਕਟੀਕਲ ਐਕਟੀਵਿਟੀਜ਼, ਰੈਗੂਲਰ ਚੈੱਕਸ ਸਾਰਾ ਕੁਝ ਨਾਲੋਂ ਕਰਦੇ ਹੈ। ट्रेनिंग भी ऑनलाइन होंदी है या उन्होंने उत्थे बुलाया? ਬਿਫੋਰ ਕੋਵਿਡ ਤਾਂ ਪ੍ਰੈਕਟੀਕਲ ਸੀਗਾ, ਆਫਲਾਈਨ ਅਸੀਂ ਸਾਰੇ ਟੀਚਰਸ ਨੇ ਟ੍ਰੇਨਿੰਗ ਲਈ ਹੈ। ਹੁਣ ਕੋਵਿਡ ਟਾਈਮਸ ਸਾਡੀ ਰੈਗੂਲਰ ਆਨਲਾਈਨ ਟ੍ਰੇਨਿੰਗਸ ਚੱਲ ਰਹੀਆਂ ਹਰ ਲੈਵਲ ਤੇ, ਹਰ ਸਬਜੈਕਟ, ਕੋਰ ਸਬਜੈਕਟ ਦੀ ਵੱਖਰੀ ਵੱਖਰੀ ਟ੍ਰੇਨਿੰਗਸ ਹੁੰਦੀਆਂ ਜਿਹੜੀ ਕੈਂਬਰਿਜ ਯੂਨੀਵਰਸਿਟੀ ਆਪਣੇ ਟ੍ਰੇਨਡ ਪ੍ਰੋਫੈਸ਼ਨਲਸ ਨਾਲ ਹੀ ਪ੍ਰੋਵਾਈਡ ਕਰਦੀ ਹੈ।
ਜਿਹੜੇ ਕੈਂਬਰਿਜ ਦੇ ਪ੍ਰੋਫੈਸ਼ਨਲ ਜਿਹੜੇ ਟ੍ਰੇਨਰਸ ਹੈ ਉਹ ਹੀ ਲੈਂਦੇ ਆ। ਯਾਨੀ ਟੀਚਰਸ ਨੂੰ ਵੀ ਪੜ੍ਹਨਾ ਪੈਂਦਾ ਹੈ। ਬਿਲਕੁਲ ਪੜ੍ਹਨਾ ਪੈਂਦਾ ਹੈ ਵੀ ਹਾਂ, ਬਿਲਕੁਲ ਅਪ ਟੂ ਡੇਟ ਰਹਿਣਾ ਪੈਂਦਾ ਹੈ। ਸਡਨਲੀ ਚੇਂਜਸ ਹੁੰਦੇ ਹੈ ਵੈਬਸਾਈਟ ਤੇ, ਸਾਨੂੰ ਫੋਲੋ ਕਰਨੇ ਪੈਂਦੇ ਹੈ, ਸਾਨੂੰ ਪੂਰੀ ਆਪਣੀ ਡਿਟੇਲਡ ਫॉर दैट ਮੈਟਰ ਸਾਨੂੰ ਟੈਸਟ ਵੀ ਦੇਣਾ ਪੈਂਦਾ ਹੈ ਅਸੀਂ ਕਿੰਨਾ ਕੁ ਪੜ੍ਹੇ ਹੈਗੇ ਹਾਂ ਕਿਸ ਟੀਚਰ ਤੋਂ ਕਲੀਅਰ ਨਹੀਂ ਹੁੰਦਾ ਫਿਰ। ਨਹੀਂ ਵੀ ਆਰ ਆਲ ਵਰਕਿੰਗ देयर ਵੈਬਸਾਈਟਸ ਹੈਗੀਆਂ, ਸਪੋਰਟ ਸਾਈਟਸ ਹੈਗੀਆਂ ਜੋ ਹੈਲਪ ਕਰਦੀਆਂ। ਸੋ ਕੈਂਬਰਿਜ ਸਾਨੂੰ ਔਨ ਦ ਟੋਜ਼ ਰੱਖਦਾ ਹੈ ਕਿ ਸਾਰਾ ਟਾਈਮ ਤਿਆਰ ਰਹੋ, ਤੇ ਉਹਦੇ ਕਰਕੇ ਅਸੀਂ ਬੱਚਿਆਂ ਨੂੰ ਵੀ ਪ੍ਰਿਪੇਅਰ ਕਰ ਪਾਏ। ਲੁਧਿਆਣਾ 'ਚ ਹੋਰ ਵੀ ਸਕੂਲ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੀ ਹੈਗੇ ਨੇ, ਤਾਂ ਉਹ ਕਾਫੀ ਸਾਲਾਂ ਤੋਂ ਐਫੀਲੀਏਸ਼ਨ। ਹਾਂਜੀ, ਲੁਧਿਆਣਾ 'ਚ ਹੈਗੇ BCM ਸਕੂਲ ਹੈਗਾ ਇੰਟਰਨੈਸ਼ਨਲ, ਉਹ ਵੀ ਕੈਂਬਰਿਜ ਐਫੀਲੀਏਟਡ ਹੈਗਾ, ਤੇ ਇੱਕ ਓਲਡ ਹਾਰਵੈਸਟ ਇੰਟਰਨੈਸ਼ਨਲ ਹੈਗਾ। ਬਾਕੀ ਗੋਬਿੰਦਗੜ੍ਹ ਜਾਂ ਆਸ-ਪਾਸ ਦੇ ਏਰੀਆਜ਼ 'ਚ ਵੀ ਹੋਰ ਸਕੂਲ ਹੈਗੇ ਆ। ਬਟ ਸਾਡਾ ਇਹ ਸੀਗਾ ਕਿ ਸਾਡਾ ਫਰਸਟ ਬੈਚ ਹੈ ਜਿਹਨੇ IGCSE ਦਾ ਐਗਜ਼ਾਮ ਔਰ ਕੀਤਾ। top ਟੀਚਰਸ ਲਈ ਵੀ ਟੌਪ ਵੀ ਕੀਤਾ ਹੈ ਤੇ ਬਹੁਤ ਅੱਛੇ ਸਕੋਰ ਨਾਲ ਟੌਪ ਕੀਤਾ ਹੈ। ਟੀਚਰਸ ਲਈ ਵੀ ਫਰਸਟ ਬੈਚ ਸੀਗਾ, ਸਾਡੇ ਲਈ ਵੀ ਇੱਕ ਟਿਊਨਿੰਗ ਸੀਗੀ, ਬਟ ਇਹਨਾਂ Challenging ਸਟੂਡੈਂਟਸ ਵੀ ਨੇ ਸੀਗਾ। ਚੈਲੰਜਿੰਗ ਵੀ ਸੀਗਾ। ਇਹਨਾਂ ਸਟੂਡੈਂਟਸ ਨੇ ਬਹੁਤ ਮਿਹਨਤ ਕੀਤੀ ਹੈ। ਕੋਵਿਡ ਟਾਈਮਸ ਵਿੱਚ ਵੀ, ਇੰਨੀ ਡਿਫਿਕਲਟ ਸਿਚੁਏਸ਼ਨ ਵਿੱਚ ਵੀ ਇਹਨਾਂ ਨੂੰ ਦੇਖਣਾ ਪਿਆ ਕਿ ਆਨਲਾਈਨ ਕਿੱਦਾਂ ਪ੍ਰਿਪੇਅਰ ਕਰਨਾ ਹੈ। ਦੋ ਸਾਡਾ ਸਕੂਲ ਇੱਕ ਬਹੁਤ ਬੈਲੈਂਸ ਸਟ੍ਰੈਟਜੀ ਨਾਲ ਚੱਲ ਰਿਹਾ ਸੀਗਾ। ਅਸੀਂ ਫਰਸਟ ਈਅਰ ਵਿੱਚ ਵੀ ਇਹਨਾਂ ਦਾ ਆਲਮੋਸਟ 90% ਆਫ ਦਾ ਕੋਰਸ ਖਤਮ ਕਰਾ ਲਿਆ ਸੀਗਾ। ਤਾਂ ਜਦੋਂ ਕੋਵਿਡ ਆਇਆ ਬੇਸਿਕਲੀ ਇਹ ਪ੍ਰੈਕਟਿਸ ਮੋਡ ਵਿੱਚ ਸੀਗੇ। ਸੋ ਪ੍ਰੈਕਟਿਸ ਅੱਛੀ ਹੋ ਗਈ, ਬਹੁਤ ਜ਼ਿਆਦਾ ਹੋ ਗਈ, ਬਹੁਤ ਜ਼ਿਆਦਾ ਰਿਪੀਟ ਕਰਕੇ ਅਸੀਂ ਇਹਨਾਂ ਨੂੰ ਪ੍ਰੀ ਬੋਰਡਸ ਰਿਪੀਟ ਐਗਜ਼ਾਮਸ ਦਿੱਤੇ ਸੋ ਦੈਟ ਦੇ ਆਰ ਵੈਰੀ ਵੈਲ ਪ੍ਰਿਪੇਅਰਡ, ਚੰਗੀ ਤਿਆਰੀ ਹੋ ਜਾਵੇ। ਵੀ ਸਪੋਰਟਡ ਐਵਰੀਥਿੰਗ, ਬਟ देयर ਹਾਰਡ ਵਰਕ ਇਜ਼, ਬਹੁਤ ਮਿਹਨਤ ਕੀਤੀ ਹੈ ਬੱਚਿਆਂ ਨੇ, ਕਮੈਂਡੇਬਲ ਮਿਹਨਤ ਹੈ। ਕੋਵਿਡ ਟਾਈਮਸ ਵਿੱਚ ਵੀ ਫਰਸਟ ਬੈਚ ਹੋ ਕਰਕੇ ਜਿਨ੍ਹਾਂ ਨੂੰ ਪਤਾ ਸੀਗਾ ਕਿ ਟੀਚਰਸ ਨੇ ਵੀ ਆਪਣੇ ਐਫਰਟ ਕਰਨੀ ਹੈ ਪੂਰੀ, ਤੇ ਇਹਨਾਂ ਦੀ ਬਹੁਤ ਮਿਹਨਤ ਗਈ ਹੈ। ਤੇ we are ਬੱਚਿਆਂ ਬਾਰੇ very, ਅਸੀਂ very- ਜ਼ਰੂਰ ਜਾਣਨਾ ਚਾਹਾਂਗੇ ਨਾ, ਬੱਚਿਆਂ ਦੇ ਨਾਮ ਤੇ ਇਹਨਾਂ ਦੇ ਸਕੋਰਸ ਸਾਨੂੰ ਜ਼ਰੂਰ। ਹਾਂ, ਉਹ ਮੈਂ ਦੱਸਦੀ ਹਾਂ। ਇਹ ਹੈਗਾ ਗੁਰੂ ਅਨੁਰਾਗ ਸਿੰਘ ਟੁੰਗ, ਇਹ ਸਾਡਾ ਨਾਨ ਮੈਡੀਕਲ ਦਾ ਸਟੂਡੈਂਟ ਹੈਗਾ, ਐਂਡ ਹੀ ਟੈਲ ਯੂ ਆਪਣਾ ਸਟਾਰਸ ਹੈ ਦੱਸੇਗਾ ਆਪ। ਜੀ, ਕਿੰਨੇ ਸਟਾਰਸ ਕਿੰਨੇ ਸਕੋਰ 7 सब्जेक्ट्स में मेरे 6 A स्टार्स और 1 A आया। ਤੁਹਾਡੇ? मेरे भी 7 सब्जेक्ट्स में 6 A स्टार्स एंड 1 A। ਕੀ ਨਾਮ ਹੈ ਤੁਹਾਡਾ? अद्वित विवेक अरोड़ा, मैं कॉमर्स बैच से हूँ। ਕਾਮਰਸ ਬੈਚ। ਮੇਰਾ ਨਾਮ ਅਨੀਸ਼ ਹੈ ਤੇ ਮੈਂ ਨਾਨ ਮੈਡੀਕਲ ਵਿੱਚ ਸੀ। ਮੇਰੇ 7 ਸਬਜੈਕਟ ਵਿੱਚੋਂ 5 ਸਬਜੈਕਟ ਵਿੱਚ A ਸਟਾਰ ਨੇ ਤੇ 2 ਸਬਜੈਕਟ ਵਿੱਚ A ਆਏ ਨੇ। ਕਮਾਲ ਹੈ। मेरा नाम आकर्षण वालिया है। मेरे पास 8 सब्जेक्ट थे इस बार, और साथ में उसमें से 5 के अंदर A स्टार आया, 2 के अंदर A's थे, और साथ में एक भी था मेरा। जी। मेरा नाम आदित्य शंगारी है और मेरे 7 सब्जेक्ट थे, उसमें से मैंने 6 सब्जेक्ट में मेरा A स्टार आया। और ये मार्च सीरीज़ में पूरे शहर में मैं अकेला बच्चा हूँ जिसका इंग्लिश में A स्टार आया। ਓਕੇ, ਤੁਹਾਡਾ? मेरा नाम सोहम है, मैं नॉन मेड में था। मैंने 7 सब्जेक्ट लिए, उसमें से मेरे 5 A स्टार थे, 1 B और 1 C। ਕੀ ਵੱਖਰਾ ਕੀ ਹੈ ਜੋ ਸਿੱਖਿਆ ਤੁਸੀਂ ਹੁਣ ਹਾਸਲ ਕਰ ਰਹੇ ਹੋ, ਜੋ ਆਮ ਲੋਕ ਬੱਚੇ ਸਿੱਖਿਆ ਹਾਸਲ ਕਰਦੇ ਨੇ ਉਸ ਤੋਂ ਕਿਵੇਂ ਵੱਖਰੀ ਹੈ? IGCSE ਸਾਨੂੰ ਸ਼ੁਰੂ ਤੋਂ ਹੀ ਅਲੱਗ ਤਰੀਕੇ ਨਾਲ ਤਿਆਰ ਕਰਦਾ ਹੈ। 9ਵੀਂ ਤੇ 10ਵੀਂ ਚ ਇਹਨਾਂ ਨੇ ਸਾਨੂੰ ਅਪੋਰਚੁਨਿਟੀ ਦਿੱਤੀ ਕਿ ਆਪਾਂ ਆਪਣੀ ਮਰਜ਼ੀ ਦੇ ਸਬਜੈਕਟ ਚੂਜ਼ ਕਰ ਲਈਏ, ਤੇ ਆਪਾਂ 9ਵੀਂ 10ਵੀਂ ਤੋਂ ਹੀ ਡਿਫਰੈਂਟ ਸਬਜੈਕਟਸ ਪੜ੍ਹ ਰਹੇ ਹਾਂ ਜੋ ਕਿ ਇੱਥੇ CBSE ਸਾਨੂੰ ਦੱਸਦੇ ਵੀ ਨਹੀਂ। ਤੇ ਸ਼ੁਰੂ ਤੋਂ ਹੀ ਇਹਨਾਂ ਕਰਿਕੂਲਮ ਬਹੁਤ ਵਧੀਆ ਹੈ, ਕਾਫੀ ਜ਼ਿਆਦਾ ਰੀਅਲ ਲਾਈਫ ਐਗਜ਼ਾਮਪਲ ਨਾਲ ਸਾਨੂੰ ਪੜ੍ਹਾਇਆ ਜਾਂਦਾ ਹੈ, ਤੇ ਪੜ੍ਹਾਉਣ ਦਾ ਤਰੀਕਾ ਤੇ ਟੀਚਰ ਵੀ ਬਹੁਤ ਵਧੀਆ ਨੇ ਸਾਡੇ ਸਕੂਲ ਵਿੱਚ। ਆਪਣੇ ਆਪ ਨੂੰ ਜਿਸ ਤਰ੍ਹਾਂ ਤਿਆਰ ਕਰ ਰਹੇ ਹੋ ਤੁਸੀਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਜਿਹੜਾ ਤੁਹਾਡਾ ਫਿਊਚਰ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? 9ਵੀਂ 10ਵੀਂ ਦੀ ਪੜ੍ਹਾਈ ਸਿਰਫ 9ਵੀਂ 10ਵੀਂ ਦੀ ਨਹੀਂ ਹੈਗੀ, ਇਹ ਸਾਨੂੰ 11ਵੀਂ 12ਵੀਂ ਤੇ ਗ੍ਰੈਜੂਏਸ਼ਨ ਲਈ ਵੀ ਕਾਫੀ ਨਏ ਕਨਸੈਪਟਸ ਨਾਲ ਇੰਟਰੋਡਿਊਸ ਕਰਾ ਦਿੰਦਾ ਹੈ, ਤਾਂ ਕਿ ਸਾਡਾ ਇੱਕ ਵਧੀਆ ਬੇਸ ਬਣ ਜਾਈਏ ਤੇ ਆਪਾਂ ਅੱਗੇ ਜਾ ਕੇ ਵੀ ਕਾਫੀ ਸਕਸੈਸਫੁਲ ਰਹੀਏ ਜੋ ਵੀ ਆਪਾਂ ਪੜ੍ਹਨਾ। ਜਿਵੇਂ ਗ੍ਰੈਜੂਏਸ਼ਨ ਦੇ ਵਿੱਚ ਜਦੋਂ ਆਪਾਂ ਗ੍ਰੈਜੂਏਸ਼ਨ ਸਟਾਰਟ ਹੁੰਦੀ ਹੈ ਤਾਂ ਜਿਹੜਾ ਫਰਸਟ ਈਅਰ ਹੁੰਦਾ ਬੜਾ ਕੰਪਲਿਕੇਟਡ ਜਿਹਾ ਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉਦੋਂ ਦਿੱਕਤ ਨਹੀਂ ਆਏਗੀ। हाँ जी, क्योंकि IGCSE ने हमारा सारे कॉन्सेप्ट्स में एक अच्छा बेस बना दिया है जो आगे जाके कैरी फॉरवर्ड होएगा और हमारा सारा काम आसान होएगा थोड़ा सा। ਤੁਹਾਡੇ ਵਿੱਚੋਂ ਕਿੰਨੇ ਬੱਚੇ ਨੇ ਜਿਹੜੇ ਅਬਰੋਡ ਜਾਣਾ ਚਾਹੁੰਦੇ ਨੇ ਤੇ ਕਿੰਨੇ ਇੰਡੀਆ ਦੇ ਵਿੱਚ ਰਹਿ ਕੇ ਹੀ ਇੱਥੇ ਦਾ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਨੇ? जी, यही बात है इस करिकुलम की, यही खासियत है इसकी कि तुम जहाँ पे भी हो तुमको वहाँ पे बैकिंग मिलेगी। जैसे अभी तुम हमारे कंपटीशन एग्जाम्स होते हैं हमारे हिंदुस्तान के, तो इसके अंदर हम क्या कहते हैं उनके अंदर उसी तरीके की तैयारी कर सकते हैं और उसी लेवल का प्रेशर हैंडल कर सकते हैं। बाहर जाने के लिए वो एक और प्रॉस्पेक्ट है जी। हाँ जी। ਬਣਨਾ ਕੀ ਚਾਹੁੰਦੇ ਹੋ? बनना, जैसे मेरा भी एम था कि मेडिकल ली थी तो डॉक्टरी करेंगे और क्या। ਔਰ ਤੁਸੀਂ ਕੀ ਬਣਨਾ ਚਾਹੁੰਦੇ ਮੈਂ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ। ਹੋ? ਤੁਸੀਂ चार्टर्ड अकाउंटेंट। ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦੇ ਹੋ? ਤੁਸੀਂ ਕੀ ਬਣਨਾ ਚਾਹੁੰਦੇ कंप्यूटर इंजीनियर। ਹੋ? ਠੀਕ ਹੈ। ਤੁਹਾਡੇ ਵਿੱਚੋਂ ਕੋਈ ਜਿਹੜਾ ਕੈਂਬਰਿਜ ਯੂਨੀਵਰਸਿਟੀ ਜਾ ਕੇ ਸਿੱਖਿਆ ਹਾਸਲ ਕਰਨ ਦਾ ਕਦੀ ਸੁਪਨਾ ਦੇਖਿਆ ਕਰਦਾ ਸੀ? अभी तो मेरा यही प्लान है कि अभी मैं कंप्यूटर इंजीनियरिंग करूँगा और वो इंडिया से ही करूँगा अभी फ़िलहाल के लिए। और पोस्ट ग्रेजुएशन के लिए मैं सोच रहा हूँ कि मैं बाहर जाने की सोच रहा हूँ। मैं ग्रेजुएशन के लिए बाहर जाने की सोच रहा हूँ, सैनफोर्ड MIT सम US यूनिवर्सिटी। मेरा गोल है मशीन लर्निंग एक्सपर्ट बनना। ਓਕੇ,
ਤੁਸੀਂ ਅਪ ਟੂ ਡੇਟ ਤਾਂ ਹੋਵੋਗੇ ਜੋ ਸਾਡੇ ਕਰੰਟ ਅਫੇਅਰਸ ਨੇ ਹੈ ਨਾ, ਜੋ ਚੱਲ ਰਿਹਾ ਦੇਸ਼ ਦੇ ਵਿੱਚ, ਜੋ ਸਾਡੇ ਪੋਲੀਟੀਕਲ ਲੀਡਰਸ ਨੇ ਉਹਨਾਂ ਤੇ ਬਲੇਮ ਲੱਗਦੇ ਰਹਿੰਦੇ ਨੇ, ਤਾਂ ਤੁਹਾਡੇ ਵਿੱਚੋਂ ਕਿੰਨੇ ਬੱਚੇ ਨੇ ਜਿਨ੍ਹਾਂ ਨੇ ਸੋਚਿਆ ਕਿ ਜੇ ਅਸੀਂ ਉਹਨਾਂ ਲੀਡਰਸ ਦੀ ਥਾਂ ਤੇ ਹੁੰਦੇ ਤਾਂ ਦੇਸ਼ ਦੀ ਕਮਾਨ ਅਸੀਂ ਇਸ ਤਰ੍ਹਾਂ ਸਾਂਭਣੀ ਸੀ? जी क्या कहते हैं, यही बात होती है ना इसकी चीज़ की कि जो स्टूडेंट्स होते हैं आखिरकार काम उन्होंने करना है, आखिरकार उन्होंने देश को उन्होंने आगे लेके जाना है, वो हमारे देश का फ्यूचर है। तो इसीलिए उनकी बात सुनना मेरे हिसाब से सबसे ऊपर होना चाहिए। और आज के अफेयर्स को लेके मेरी यही एक बात है, जो मासेज हैं, जो हमारे आखिरकार स्टूडेंट्स हैं, उनकी सुननी चाहिए सबसे पहले। ਤੁਹਾਡੀ ਸੁਣੀ ਜਾਂਦੀ ਹੈ ਕਦੀ? हमारी जैसे हमारे स्कूल में काफ़ी अच्छी तरह सुनी गई थी। हम टीचर्स के साथ ऐसे कॉल पे रहते थे कि रात को भी कॉल कर ली, उठा लेते थे, उनको अच्छी तरह परेशान भी किए। लेकिन यही ऐसे टीम एफर्ट से मेरे हिसाब से कोई ऐसी चीज़ पा सकते हैं इसी की वजह से हम आपके सामने। इंडियन सिस्टम तो खुश हो, चाहे एजुकेशन सिस्टम हो चाहे हेल्थ सिस्टम हो। इंडियन एजुकेशन सिस्टम जो है वो अभी उसमें इम्प्रूवमेंट्स आ रही हैं काफ़ी हद तक, तो वो मेरे को जो लगता है वो इम्प्रूवमेंट्स के कारण इंडियन एजुकेशन सिस्टम अच्छा हो जाएगा। और जैसे हमारा जैसे IGCSE का जो करिकुलम था, मुझे लग रहा है वो उसकी और बढ़ रहा है। जैसे जो इंडियन एजुकेशन सिस्टम है उसमें काफ़ी वो सिमिलैरिटीज़ आने वाली हैं आने वाले टाइम में। और इंडियन हेल्थ सिस्टम अभी अपनी पूरी कोशिश कर रहा है, जैसे वैक्सीन्स निकाली है इंडिया ने, बट आई थिंक जो हमारी पॉपुलेशन है इंडिया की वो इतनी ज़्यादा है कि उसको हैंडल करने में मुश्किल तो आती है। ਤੁਸੀਂ ਹੋਰ ਬੱਚਿਆਂ ਨੂੰ ਇਨਸਪਾਇਰ ਕਰ ਰਹੇ ਹੋ IGCSE ਲਈ? बिल्कुल IGCSE एक बहुत अच्छा करिकुलम है, इसमें पूरी एप्लीकेशन बेस्ड लर्निंग होती है। और जो बेसिकली 11-12 CBSE में कराया जाता है वो इधर 9-10th में कराया जाता है, तो हमें बहुत अच्छा बेस मिल जाता है 11-12 के लिए, कॉलेज ग्रेजुएशन के लिए। तो उसकी वजह से हम बाकी बच्चों से हल्का सा आगे रहते हैं। तो मैं सबको रिकमेंड करना चाहूँगा, IGCSE बहुत अच्छा करिकुलम है। यहाँ टीचर, स्टाफ, बाकी जो लर्निंग का मेथड है, स्ट्रैटेजी है, वो बेस्ट है। एक तो नॉर्मल से हट के आपको 2 साल का कोर्स मिल रहा है, तो आपको बहुत ज़्यादा टाइम मिल जाता है पढ़ाई करने को। एग्ज़ाम्स भी इतने रेपिटेटिव होते हैं, कंसिस्टेंसी मेंटेन करके रखते हैं ताकि जब आपके एंड में रिजल्ट है तो बहुत अच्छा है। उम्मीद सीगी है ना रिजल्ट्स दी जो आई ने? अब 2 साल इतने हार्ड वर्क किए, एफर्ट किए सब ने, और जब ऐसे अच्छे रिजल्ट्स आते हैं तो काफ़ी अच्छा लगता है, और काफ़ी एक्सपेक्टेड भी था कि अच्छे रिजल्ट्स हम एक्सपेक्ट कर सकते हैं। ਅਸੀਂ ਅਕਸਰ ਸਿਆਣਿਆਂ ਨੂੰ ਕਹਿੰਦੇ ਸੁਣਿਆ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਨੇ, ਤਾਂ ਤੁਸੀਂ ਕਿਹੜਾ ਸੁਪਨਾ ਲੈ ਕੇ ਅੱਗੇ ਜਾ ਰਹੇ ਹੋ ਕਿ ਦੇਸ਼ ਦਾ ਭਵਿੱਖ ਕਿਵੇਂ ਤੁਸੀਂ ਬ੍ਰਾਈਟ ਰੱਖਣਾ ਹੈ? हम ये चाहते हैं कि हमारे आजकल के बच्चे हमारे देश को आगे बढ़ाएं, दुनिया में एक बहुत अच्छा देश बनाएं, बहुत अच्छी पोजीशन रखें हमारे देश की पूरी दुनिया में। ਕਿੱਦਾਂ ਤੁਸੀਂ ਕਿੱਦਾਂ ਸੁਪਨਾ ਅੱਗੇ ਲੈ ਕੇ ਜਾਓਗੇ? मैं चाहता हूँ कि जो बच्चे हैं वो तो है, जैसे आपने कहा कि सियाने कहते हैं कि वही इंडिया का फ्यूचर है। हाँ जी, तो मैं भी यही मानदा, तो जो फ्यूचर है इंडिया का ही है। मैं चाहना कि इंडिया वर्ल्ड की टॉप कंट्री हो जाए पढ़ाइयां विच, बच्चों विच ते यूथ विच, तो बहुत पावर है साढ़े कोल पॉपुलेशन करके। तो यह करके मैं इंडिया नूं यही कहना चाहता, सारे जहाँ से अच्छा हिंदुस्तान हमारा। ਕੀ ਬਾਤ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਇੰਡੀਵਿਜੂਅਲ ਲੈਵਲ ਤੇ ਮੈਂ ਅੱਜ ਤੱਕ ਤਾਂ ਇਹੀ ਸੋਚਿਆ ਕਿ ਜਦ ਮੈਂ ਬੜਾ ਹੋ ਜਾਵਾਂਗਾ, ਆਪਣੀ ਉਮਰ 'ਚ ਆ ਜਾਵਾਂਗਾ, ਤਾਂ ਮੈਂ ਅੱਗੇ ਆਪਣੇ ਸਾਰੇ ਬੱਚਿਆਂ ਨੂੰ ਜਾਂ ਫਿਰ ਨਾਲ ਵਾਲਿਆਂ ਨੂੰ ਇਹੀ ਦੱਸਾਂਗਾ ਕਿ ਕੈਂਬਰਿਜ ਦਾ ਸਿਸਟਮ ਇਹ ਤੋਂ ਕਾਫੀ ਜ਼ਿਆਦਾ ਵਧੀਆ ਹੈ ਤੇ ਇਹ ਸ਼ਾਇਦ ਸਾਨੂੰ ਅਲੱਗ ਪਲੇਟਫਾਰਮ ਦੇਵੇਗਾ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨ ਲਈ। ਕੈਂਬਰਿਜ ਦੇ ਸਿਸਟਮ ਨੂੰ ਫੋਲੋ ਕਰਕੇ ਬੱਚੇ ਕਿਸ ਤਰ੍ਹਾਂ ਅੱਗੇ ਹੋਰ ਵੱਧ ਸਕਦੇ ਨੇ, ਬਾਕੀ ਬੱਚਿਆਂ ਦੇ ਨਾਲੋਂ ਡਿਫਰੈਂਟ ਕਿਵੇਂ ਹੋ ਸਕਦੇ ਨੇ? ਕੈਂਬਰਿਜ ਦਾ ਸਿਸਟਮ ਸਿਰਫ ਪੜ੍ਹਾਈ ਨਹੀਂ ਹੈ, ਇਹ ਸਾਨੂੰ ਅਲੱਗ-ਅਲੱਗ ਤਰੀਕੇ ਮੈਥਡ ਸਿਖਾਉਂਦਾ ਹੈ ਸੋਚਣ ਦੇ, ਸਮਾਜ ਬਾਰੇ ਸੋਚਣ ਦੇ, ਚੀਜ਼ਾਂ ਬਾਰੇ ਸਮਝਣ ਲਈ, ਤੇ ਸਾਨੂੰ ਅਲੱਗ-ਅਲੱਗ ਚੀਜ਼ਾਂ ਵਿੱਚ ਐਕਸਪਲੋਰ ਕਰਨ ਨੂੰ ਸਹਾਰਾ ਦਿੰਦਾ ਹੈ। ਵਿਜ਼ਨ ਡਿਫਰੈਂਟ ਹੁੰਦਾ। ਹਾਂਜੀ, ਇਹ ਸਾਨੂੰ ਮਤਲਬ ਸਿਰਫ ਪੜ੍ਹਾਈ 9ਵੀਂ 10ਵੀਂ ਦੀ ਪੜ੍ਹਾਈ ਨਹੀਂ ਕਰਾਉਂਦਾ, ਇਹ ਸਾਨੂੰ ਸਾਡੀ ਟੀਚਰਸ ਨੇ ਵੀ ਸਾਨੂੰ ਸੋਸ਼ਲ ਸਕਿੱਲਸ ਕਾਫੀ ਜ਼ਿਆਦਾ, ਕਿੱਦਾਂ ਲੋਕਾਂ ਨਾਲ ਗੱਲ ਕਰਨੀ ਹੈ, ਕਿੱਦਾਂ ਬੜਿਆਂ ਨਾਲ ਵਰਤਣਾ ਹੈ, ਤੇ ਹੋਰ ਸਮਾਜ ਸੇਵਾ ਵਿੱਚ ਵੀ ਕਾਫੀ ਮਦਦ ਕੀਤੀ ਕਿ ਕਿੱਦਾਂ ਸਾਨੂੰ ਅੱਗੇ ਉਮਰ 'ਚ ਆ ਕੇ ਕਿੱਦਾਂ ਸਮਾਜ ਵਿੱਚ ਰਹਿਣਾ ਚੰਗੀ ਤਰ੍ਹਾਂ। ਇਹ ਜਿਹੜੇ ਜਿਵੇਂ ਆਪਾਂ ਆਪਣੇ ਐਥਿਕਸ ਦੀ ਗੱਲ ਕਰ ਰਹੇ ਹਾਂ ਹੈ ਨਾ, ਸੋਸ਼ਲੀ ਕਿੱਦਾਂ ਬਿਹੇਵ ਕਰਨਾ ਹੈ, ਵੱਡਿਆਂ ਦੇ ਨਾਲ ਕਿੱਦਾਂ ਗੱਲ ਕਰਨੀ ਹੈ, ਤੁਹਾਨੂੰ ਲੱਗਦਾ ਕਿ ਆਮ ਸਕੂਲਾਂ ਦੇ ਵਿੱਚ ਇਹਨਾਂ ਗੱਲਾਂ ਤੇ ਇਹਨਾਂ ਟੌਪਿਕਸ 'ਤੇ ਚਰਚਾ ਹੁੰਦੀ है? जी, जो दायरा होता है ना स्कूल का, वो पहली बात तो बड़ा होना चाहिए। वो यहाँ पे ऐसी चीज़ है कि है, हम दायरा जब छोटा कर देते हैं तभी ये बोला जाता है कि सिर्फ स्कूल में जी पढ़ाइयाँ होती हैं, स्कूल में जी ये होता है। यहाँ पे जब जी दायरा बड़ा हो गया तो उसके अंदर पढ़ाइयाँ भी आ गई, उसके अंदर एथिक्स भी आ गए, उसके अंदर आगे जाके जो तुमको बनना है असल में ज़िंदगी में, वो चीज़ भी आ गई। इसलिए क्या कहते हैं, जो ऐसी फुटिंग है, ऐसी जो हमारी क्या कहते हैं ये बचपन रहा है जिसके अंदर हम ये सारी चीज़ें अपने अंदर डाल सकते हैं, उस टाइम को जब तुमने अच्छी तरह यूज़ किया हो तो ये उसका रिजल्ट होता है। ਬੱਚੇ ਕਹਿੰਦੇ ਅੱਜ ਕੱਲ ਮੋਬਾਈਲ ਫੋਨਸ 'ਤੇ ਬੜਾ ਟਾਈਮ ਵੇਸਟ ਕਰਦੇ ਨੇ, ਪਰ ਮੈਨੂੰ ਤੁਹਾਨੂੰ ਦੇਖ ਕੇ ਤਾਂ ਲੱਗ ਨਹੀਂ ਰਿਹਾ ਕਿ ਤੁਸੀਂ ਉਸ ਤਰ੍ਹਾਂ ਦੇ ਨਾਲ ਆਪਣਾ ਟਾਈਮ ਵੇਸਟ ਕੀਤਾ ਹੋਇਆ ਸੀ। टाइम वेस्ट नहीं किया आपा। जैसे मैं जो हमारा पहला साल था IGCSE का, उसमें हम बहुत नॉर्मल थे। हम दिन में पर ये था कि हम रेगुलर थे अपने काम में, हम रोज़ पढ़ते थे और हमने ऐसे टाइम वेस्ट फ़ोन वगैरह नहीं करते थे। जैसे मेरा पैशन क्रिकेट खेलना है, तो मैं जब भी फ्री होता था तो मैं क्रिकेट खेलने में लग जाता था, तो ये इससे मोबाइल वगैरह इतना यूज़ करने की लोड नहीं है।
ਤੁਸੀਂ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਹੋ, ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਬੱਚੇ ਸਹੀ ਰਾਹ ਤੇ ਨਹੀਂ ਚੱਲ ਰਹੇ, ਬੱਚਿਆਂ ਨੂੰ ਸਹੀ ਰਾਹ ਤੇ ਲਿਆਉਣ ਦੇ ਲਈ ਕੀ ਕੀਤਾ ਜਾਏ, ਤਾਂ ਤੁਸੀਂ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂ ਵੱਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ? हम सिर्फ लोगों को बता सकते हैं क्या करना है, बट वो इम्प्लीमेंट करना वो उनको खुद करना पड़ेगा। हम ऐसे किसी को फोर्स नहीं कर सकते कि आप पढ़ाई करें, फ़ोन मत यूज़ करें, क्योंकि उनकी भी टीनेजर्स है। कई लोग का नहीं पढ़ाई में मन लगता है, ऐसे ज़रूरी नहीं कि सिर्फ एक फील्ड है, कोई भी फील्ड ले सकता है बंदा, और मल्टीपल वेज में बंदा सक्सेस पे जी सकता है, सिर्फ एक पाथ नहीं है सक्सेस का। तो मे बी इवन अगर तुम्हारे 9th-10th नहीं अच्छे जाते हैं, कोई बात नहीं, तुम 11th-12th में रिकवर कर सकते हो, तुम्हारी ज़िंदगी ख़त्म नहीं हुई है। और मेरे को लगता है अगर तुम्हें रियलाइज़ होता है कि तुमने मोबाइल फ़ोन या कुछ ज़्यादा यूज़ किया, तो उसके बाद तुम रियलाइज़ करते हो कि ये मेरी गलती थी, मैं इम्प्रूव करता हूँ, 11th-12th में थोड़ा कम फ़ोन यूज़ करूँगा, कभी नहीं अपने फ़ोन मॉम डैड को दे दो, लाइक रिकवर करो। इट डजंट मीन दैट योर लाइफ इज एंडेड। ਠੀਕ ਹੈ, ਜੇ ਕੋਈ ਗਲਤੀ ਹੋਈ ਹੈ ਤਾਂ ਸੁਧਾਰ ਵੀ ਆਪਣੇ ਹੱਥ ਦੇ ਵਿੱਚ ਹੀ ਹੁੰਦਾ ਹੈ। ਤੇ ਠੀਕ ਹੈ, ਬਹੁਤ ਮੁਬਾਰਕਬਾਦ ਦੇਵਾਂਗੇ ਇਹਨਾਂ तमाम ਬੱਚਿਆਂ ਨੂੰ। ਮੈਮ ਇੱਥੇ ਮੌਜੂਦ ਨੇ, ਸਾਕਸ਼ੀ ਮੈਮ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦੇਵਾਂਗੇ, ਕਿਉਂਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਗੋਲਸ ਜਿਹੜੇ ਨੇ, ਇਹਨਾਂ ਦੇ ਜਿਹੜੇ ਸਕੋਰਸ ਆਏ ਨੇ ਉਹ ਹਾਸਿਲ ਕਰਨ ਦੇ ਵਿੱਚ ਜੋ ਮਦਦ ਕੀਤੀ ਹੈ ਉਹ ਕਮੈਂਡੇਬਲ ਹੈ। ਥੈਂਕ ਯੂ ਸੋ ਮਚ ਮੈਮ। ਇਹਨਾਂ ਦਾ ਐਫਰਟ ਹੈਗਾ ਦੈਟ ਹੈਜ਼ ਪੇਡ, ਐਂਡ ਬਹੁਤ ਮਿਹਨਤ ਕੀਤੀ ਹੈ। ਸਾਨੂੰ ਪੇਰੈਂਟਸ ਨੂੰ ਤੇ ਟੀਚਰਸ ਨੂੰ, ਅਥਾਰਟੀਜ਼ ਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਹੈ। ਇਹਨਾਂ ਬੱਚਿਆਂ ਨੇ ਸਕੂਲ ਦੀ ਜਦੋਂ ਹਿਸਟਰੀ ਲਿਖੀ ਜਾਣੀ ਹੈ ਤਾਂ ਬੱਚਿਆਂ ਦਾ ਨਾਮ ਜ਼ਰੂਰ ਦਰਜ ਹੋਏਗਾ ਸੁਨਹਿਰੀ ਅੱਖਰਾਂ ਦੇ ਵਿੱਚ। ਬਿਲਕੁਲ ਜੀ, ਤੇ ਸਾਰੇ ਯਾਦ ਵੀ ਰੱਖਣਗੇ। ਬਹੁਤ ਪਿਆਰ ਨਾਲ, ਬਹੁਤ ਵਧੀਆ ਤਰੀਕੇ ਨਾਲ ਸਾਡੇ ਨਾਲ ਪੜ੍ਹਾਈ ਕੀਤੀ ਹੈ, ਬਹੁਤ ਡੀਸੈਂਸੀ ਨਾਲ, ਬਹੁਤ ਐਥੀਕਲੀ ਬਿਹੇਵ ਕਰਕੇ ਇਹ ਬੱਚੇ ਸਾਡੇ ਨਾਲ ਰਹੇ ਹੈ 2 ਸਾਲ। ਨਹੀਂ ਤਾਂ ਅੱਜ ਕੱਲ੍ਹ ਅਸੀਂ ਸੁਣ ਰਹੇ ਹਾਂ ਕਿ ਆਨਲਾਈਨ ਕਿੰਨੇ ਟਰਬਲਸ ਆਉਂਦੇ ਹੈ ਟੀਚਿੰਗ ਵਿੱਚ। ਟਰੂਲੀ ਐਜ਼ ਅ ਟੀਚਰ, ਐਜ਼ ਅ ਪੈਰੈਂਟ ਮੈਂ ਕਹਿ ਸਕਦੀ ਹਾਂ ਇਹਨਾਂ ਬੱਚਿਆਂ ਨਾਲ ਸਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਅੱਜ ਕੱਲ੍ਹ ਤਾਂ ਖਾਣਾ ਪੂਰਤੀ ਹੋ ਰਹੀ ਹੈ ਕੋਵਿਡ ਕਰਕੇ। ਖਾਣਾ ਪੂਰਤੀ ਨਹੀਂ ਸੀਗੀ, ਇਹਨਾਂ ਨੇ ਬਹੁਤ ਐਥੀਕਲੀ ਪੜ੍ਹਿਆ, ਪੂਰੇ ਆਪਣੇ ਸੋਲਿਡ ਗਰਾਊਂਡਸ, ਮੋਰਲ ਵੈਲਿਊਜ਼ ਲੈ ਕੇ ਪੜ੍ਹਿਆ ਤੇ ਪੂਰੀ ਮਿਹਨਤ ਕੀਤੀ ਹੈ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ ਕੀਤਾ ਹੈ। We are truly proud of our students who have achieved this wonderful result. They have made the institution proud, and since this is the first batch, our teachers have worked really very hard along with the students, and they have set a high trend for us, and in the future too we expect that our students perform still much better, because we have faith in our students. With that faith and hope, our teachers work together and they give their 100%, and so we have reaped a wonderful harvest, I believe, and we are very happy about it. We feel very excited with this result, and Cambridge has been really good to us, giving wonderful result. All our 13 students have performed excellently well. ਇਹਨਾਂ ਬੱਚਿਆਂ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਜੋ ਸਿੱਖਿਆ ਇਹ ਹਾਸਲ ਕਰ ਰਹੇ ਨੇ ਉਹ ਸਿਰਫ ਕਿਤਾਬੀ ਪੜ੍ਹਾਈ ਨਹੀਂ ਹੈ, ਸੋਸ਼ਲੀ ਲੋਕਾਂ ਦੇ ਨਾਲ ਕਿਵੇਂ ਮਿਲਣਾ ਵਰਤਣਾ ਹੈ, ਵੱਡਿਆਂ ਦਾ ਆਦਰ ਕਿਵੇਂ ਕਰਨਾ ਹੈ, तमाम ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਬੱਚੇ ਅੱਗੇ ਵਧ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਦੇਸ਼ ਦਾ ਨਾਮ ਜ਼ਰੂਰ ਰੌਸ਼ਨ ਕਰਨਗੇ। ਕੈਮਰਾਮੈਨ ਪਰਵਿੰਦਰ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।